ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਮਹਿਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਪਿਛਲੀ ਵੀਡੀਓ ਦੇ ਵਿੱਚ ਆਪਾਂ ਸੰਤ ਸਿੰਘ ਸੇਖੋਂ ਜੀ ਵੱਲੋਂ ਲਿਖੀ ਗਈ ਇਕਾਂਗੀ ਨਾਟਕ ਦੂਜਾ ਵਿਆਹ ਦਾ ਸਾਰ ਕੀਤਾ ਸੀ। ਅੱਜ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ ਇਸ ਦੇ ਵਿੱਚ ਨਾਟਕ ਜਿਨ੍ਹਾਂ ਨੇ ਕੀਤਾ ਸੀਗਾ ਉਹਨਾਂ ਪਾਤਰਾਂ ਦਾ ਚਿੱਤਰਨ ਕਰਾਂਗੇ। ਪਹਿਲਾ ਨਿਹਾਲ ਕੌਰ, ਦੂਸਰੇ ਮਨਜੀਤ ਅਤੇ ਸੁਖਦੇਵ। ਨਿਹਾਲ ਕੌਰ, ਇਸ ਦੇ ਵਿੱਚ ਨਿਹਾਲ ਕੌਰ ਕੌਣ ਹੈ, ਉਸ ਦਾ ਸੁਭਾਅ ਕਿਹੋ ਜਿਹਾ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਨਿਹਾਲ ਕੌਰ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦੂਜਾ ਵਿਆਹ ਦੀ ਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਦੀ ਪਤਨੀ ਹੈ। ਉਸ ਦੇ 2 ਬੱਚੇ ਹਨ, ਸੁਖਦੇਵ ਸਿੰਘ ਅਤੇ ਸੁਖਦੇਵ ਕੌਰ। ਮਨਜੀਤ ਕੌਰ ਉਸ ਦੀ ਨੂੰਹ ਹੈ। ਉਸ ਦਾ ਜਿਹੜਾ ਸੁਭਾਅ ਹੈ ਉਹ ਪੇਂਡੂ ਸੱਭਿਆਚਾਰ ਨੂੰ ਦਰਸਾਉਣ ਵਾਲਾ ਹੈ। ਉਹ ਨਿਹਾਲ ਕੌਰ ਜਿਹੜੀ ਹੈ ਉਹ ਨਿਰੋਲ ਪੇਂਡੂ ਜੀਵਨ ਨੂੰ ਦਰਸਾਉਣ ਦੀ ਪਾਤਰ ਹੈ। ਔਰਤਾਂ ਦਾ ਚਰਖਾ ਕੱਤਣਾ ਅਤੇ ਤੜਕਸਾਰ ਮਤਲਬ ਸਵੇਰੇ ਜਲਦੀ ਉੱਠ ਜਾਣਾ, ਸਵੇਰੇ ਜਲਦੀ ਉੱਠ ਕੇ ਕੰਮ ਤੋਂ ਵਿਹਲੇ ਹੋਣਾ ਉਹਨਾਂ ਸਾਡੇ ਪੇਂਡੂ ਸੱਭਿਆਚਾਰ ਵਿੱਚ ਆਮ ਸੀ। ਉਸ ਦਾ ਜਿਹੜਾ ਸੁਭਾਅ ਸੀ ਉਹ ਬਹੁਤ ਹੀ ਕਾਲੇ ਸੁਭਾਅ ਵਾਲੀ ਸੀ। ਨਿਹਾਲ ਕੌਰ ਜਿਹੜੀ ਸੀ ਉਹ ਉਸਦੀ ਨੂੰਹ ਉਸਦੇ ਕਹਿਣ ਤੋਂ ਪਹਿਲਾਂ ਹੀ ਸਾਰੇ ਕੰਮ ਕਰ ਲਵੇ ਜਾਂ ਫਿਰ ਬਿਲਕੁਲ ਉਸਦੇ ਕਹੇ ਅਨੁਸਾਰ ਚੱਲੇ। ਉਹ ਆਪਣੇ ਮੁੰਡੇ ਦੇ ਆਉਣ 'ਤੇ ਵੀ ਆਪਣੀ ਇਸ ਆਦਤ ਨੂੰ ਕਾਬੂ ਨਹੀਂ ਕਰਦੀ, ਸਗੋਂ ਉਹ ਉਸ ਨਾਲ ਵੀ ਗਿਲੇ ਸ਼ਿਕਵੇ ਕਰਨ ਲੱਗ ਜਾਂਦੀ ਹੈ। ਨੂੰਹ ਵਿੱਚ ਨੁਕਸ ਕੱਢਣ ਦੀ ਵੀ ਉਹਨੂੰ ਬਹੁਤ ਜ਼ਿਆਦਾ ਆਦਤ ਸੀ। ਨੁਕਸ ਕੱਢਣਾ ਉਸਦੇ ਕਿਰਦਾਰ ਵਿੱਚ ਸ਼ਾਮਲ ਹੈ। ਕਦੇ ਉਹ ਆਪਣੀ ਨੂੰਹ ਦੇ ਦੇਰ ਨਾਲ ਕੰਮ ਕਰਨ 'ਤੇ ਪਰੇਸ਼ਾਨ ਹੁੰਦੀ ਹੈ ਅਤੇ ਕਦੇ ਉਸਦੇ ਸੱਜਣ ਸਵਰਨ ਯਾਨੀ ਕਿ ਤਿਆਰ ਹੋਣ ਵਿੱਚ ਨੁਕਸ ਕੱਢਦੀ ਹੈ। ਕਦੇ ਅੱਗ ਬਾਲਣ 'ਤੇ, ਕਦੇ ਆਟਾ ਗੁੰਨਣ 'ਤੇ, ਕਦੇ ਜ਼ਿਆਦਾ ਗੱਲ ਕਰਨ 'ਤੇ, ਕਦੇ ਚੁੱਪ ਰਹਿਣ 'ਤੇ, ਕਦੇ ਗੱਲ ਕਿ ਉਸਨੂੰ ਆਪਣੀ ਨੂੰਹ ਵਿੱਚ ਨੁਕਸ ਹੀ ਨੁਕਸ ਨਜ਼ਰ ਆਉਂਦੇ ਹਨ। ਇਸੇ ਕਾਰਨ ਤਾਂ ਉਸਦੀ ਨੂੰਹ ਮਨਜੀਤ ਵੀ ਆਖਦੀ ਹੈ, ਚੰਗਾ ਮਾਂ ਜੀ, ਤੁਸੀਂ ਤਾਂ ਕਿਸੇ ਲੋਟ ਵੀ ਰਾਸ ਨਹੀਂ ਆਉਣਾ। ਉਹ ਆਪਣੇ ਪੁੱਤਰ 'ਤੇ ਮਾਣ ਕਰਨ ਵਾਲੀ ਔਰਤ ਹੈ। ਉਸ ਨੂੰ ਆਪਣੇ ਪੁੱਤਰ 'ਤੇ ਸੁਖਦੇਵ 'ਤੇ ਬੜਾ ਮਾਣ ਹੈ। ਉਹ ਆਪਣੀ ਨੂੰਹ ਨੂੰ ਇਹ ਗੱਲ ਵਾਰ-ਵਾਰ ਚਿਤਾਰਦੀ ਮਤਲਬ ਯਾਦ ਕਰਾਉਂਦੀ ਹੈ ਕਿ ਉਸ ਦਾ ਪੁੱਤਰ ਬੜਾ ਹੀ ਕਹਿਣੇਕਾਰ ਹੈ ਅਤੇ ਉਸ ਦਾ ਸਤਿਕਾਰ ਕਰਨ ਵਾਲਾ ਹੈ। ਉਹ ਆਪਣੇ ਪੁੱਤਰ ਨੂੰ ਕਹਿ ਕੇ ਉਸ ਨੂੰ ਝਿੜਕਾਂ ਵੀ ਪਾ ਸਕਦੀ ਹੈ। ਨਿਹਾਲ ਕੌਰ ਪਰੰਪਰਾ ਵਿੱਚ ਵਿਸ਼ਵਾਸ ਬਹੁਤ ਜ਼ਿਆਦਾ ਰੱਖਦੀ ਹੈ। ਇਸੇ ਲਈ ਉਹ ਆਪਣੀ ਨੂੰਹ ਨੂੰ ਆਪਣੀ ਪਤੀ ਦਾ ਨਾਂ ਲੈਣ ਤੋਂ ਰੋਕਦੀ ਹੈ। ਨੂੰਹਾਂ ਦਾ ਘੁੰਡ ਨਾ ਕੱਢਣਾ ਅਤੇ ਸਹੁਰੇ ਘਰ ਵਿੱਚ ਦਗੜ ਕਰਨਾ ਉਸ ਨੂੰ ਬਿਲਕੁਲ ਪਸੰਦ ਨਹੀਂ। ਨਿਹਾਲ ਕੌਰ ਜਿਹੜੀ ਹੈ ਉਹ ਆਪਣੀ ਵਿਆਹੁਤਾ ਧੀ ਯਾਨੀ ਕਿ ਉਸਦੀ ਜਿਹੜੀ ਬੇਟੀ ਵਿਆਹੀ ਹੋਈ ਹੈ ਉਸ ਲਈ ਬੜੀ ਫਿਕਰਮੰਦ ਰਹਿੰਦੀ ਹੈ। ਉਹ ਬੜੇ ਉਚੇਚ ਨਾਲ ਆਪਣੀ ਧੀ ਦੇ ਖਤ ਉਡੀਕਦੀ ਹੈ। ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਸੁਖਦੇਵ ਕੌਰ ਦਾ ਪਤੀ ਬਲਵੰਤ ਸਿੰਘ ਸ਼ਰਾਬ ਪੀ ਕੇ ਉਸ ਨੂੰ ਮਾਰਨ ਪੈਂਦਾ ਹੈ ਅਤੇ ਦੂਸਰੇ ਵਿਆਹ ਦੀਆਂ ਧਮਕੀਆਂ ਦਿੰਦਾ ਹੈ ਤਾਂ ਉਹ ਰੋਣ ਲੱਗ ਪੈਂਦੀ ਹੈ। ਉਹ ਆਪਣੀ ਗਲਤੀ 'ਤੇ ਪਛਤਾਉਂਦੀ ਵੀ ਹੈ। ਉਸ ਦੇ ਅਨੁਸਾਰ ਉਹ ਵਕਤ ਦੇ ਅਨੁਸਾਰ ਬਦਲ ਜਾਂਦੀ ਹੈ। ਜਦੋਂ ਤੱਕ ਤਾਂ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦੇ ਦੂਸਰੇ ਵਿਆਹ ਦੀਆਂ ਧਮਕੀਆਂ ਦਿੰਦੀ ਸੀ ਤਾਂ ਉਹ ਇਸਤਰੀ ਸਭਾ ਨੂੰ ਬੁਰਾ ਕਹਿੰਦੀ ਸੀ। ਜਦੋਂ ਉਸਦੀ ਧੀ 'ਤੇ ਆਣ ਬਣੀ ਤਾਂ ਉਹ ਇਸਤਰੀ ਸਭਾ ਦੀ ਸਹਾਇਤਾ ਬਾਰੇ ਆਪਣੀ ਨੂੰਹ ਤੋਂ ਪੁੱਛਣ ਲੱਗ ਪਈ। ਇੱਥੋਂ ਤੱਕ ਕਿ ਉਹ ਆਪਣੀ ਨੂੰਹ ਤੋਂ ਇਸ ਗੱਲ ਲਈ ਵੀ ਮਾਫ਼ੀ ਮੰਗਦੀ ਹੈ ਕਿ ਉਸਨੇ ਮਨਜੀਤ ਨੂੰ ਬਹੁਤ ਤੰਗ ਅਤੇ ਪਰੇਸ਼ਾਨ ਕੀਤਾ। ਹੁਣ ਅਸੀਂ ਨਿਹਾਲ ਕੌਰ ਦੀ ਨੂੰਹ ਮਨਜੀਤ ਬਾਰੇ ਪੜ੍ਹਾਂਗੇ। ਮਨਜੀਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦਾ ਦੂਜਾ ਵਿਆਹ ਦੀ ਇੱਕ ਪ੍ਰਮੁੱਖ ਇਸਤਰੀ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦੇ ਬੇਟੇ ਸੁਖਦੇਵ ਦੀ ਪਤਨੀ ਹੈ। ਮਨਜੀਤ ਇੱਕ ਆਧੁਨਿਕ ਖਿਆਲਾਂ ਵਾਲੀ ਪੜ੍ਹੀ ਲਿਖੀ ਮੁਟਿਆਰ ਹੈ। ਉਹ ਸਿਆਣੀ ਮੁਟਿਆਰ ਹੈ। ਉਹ ਆਪਣੀ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ, ਸਗੋਂ ਹਾਸੇ ਠੱਠੇ ਵਿੱਚ ਟਾਲ ਛੱਡਦੀ ਹੈ। ਉਹ ਆਪਣੀ ਸੱਸ ਦੇ ਬੁਰਾ ਭਲਾ ਕਹਿਣ 'ਤੇ ਵੀ ਉਸ ਨਾਲ ਆਦਰ ਨਾਲ ਪੇਸ਼ ਆਉਂਦੀ ਹੈ ਅਤੇ ਰਿਸ਼ਤੇ ਦੀ ਮਰਿਆਦਾ ਬਣਾਏ ਰੱਖਦੀ ਹੈ। ਉਹ ਪਰਿਵਾਰ ਦੇ ਜੀਆਂ ਦੀ ਪਸੰਦ ਤੋਂ ਜਾਣੂ ਰਹਿਣ ਵਾਲੀ ਯਾਨੀ ਕਿ ਉਸਦਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਅੰਦਰ ਜਿਹੜੇ ਲੋਕ ਰਹਿੰਦੇ ਉਹਨਾਂ ਵਾਸਤੇ ਉਹਨਾਂ ਦੀ ਪੂਰੀ ਤਰ੍ਹਾਂ ਉਹਨਾਂ ਨੂੰ ਜਾਣਦੀ ਹੈ। ਆਪਣੇ ਸਹੁਰੇ ਘਰ ਦੇ ਸਾਰੇ ਜੀਆਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਚਾਹੇ ਕਿ ਉਸਦੇ ਵਿਆਹ ਨੂੰ 2.5 ਸਾਲ ਹੀ ਹੋਏ ਸਨ, ਉਹ ਜਾਣਦੀ ਸੀ ਕਿ ਉਸਦੇ ਸਹੁਰੇ ਨੂੰ ਖੜਵੀ ਭਾਜੀ ਪਸੰਦ ਹੈ। ਖੜਵੀ ਮਤਲਬ ਖੜੀ ਸਬਜ਼ੀ। ਸੁਖਦੇਵ ਨੂੰ ਕੜਾਹ ਪਸੰਦ ਹੈ ਅਤੇ ਨਿਹਾਲ ਕੌਰ ਨੂੰ ਉਸਦੇ ਮੇਨੇ ਮਾਰਨਾ। ਉਹ ਪਿੰਡ ਦੀ ਇਸਤਰੀ ਸਭਾ ਦੀ ਮੈਂਬਰ ਹੈ। ਉਹ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੈ। ਇਸੇ ਕਾਰਨ ਹੀ ਉਹ ਪਿੰਡ ਵਿੱਚ ਬਣੀ ਇਸਤਰੀ ਸਭਾ ਦੀ ਮੈਂਬਰ ਵੀ ਹੈ। ਇਹ ਇਸਤਰੀ ਸਭਾ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਵਿੱਚ ਮਦਦ ਕਰਦੀ ਹੈ। ਪੜ੍ਹਾਈ ਵਿੱਚ ਰੁਚੀ ਰੱਖਣ ਵਾਲੀ
ਮਨਜੀਤ ਕੌਰ ਉਸਨੂੰ ਜੋ ਹੈ ਪੜ੍ਹਨ ਦਾ ਬਹੁਤ ਸ਼ੌਂਕ ਹੈ। ਉਹ ਆਪਣੀ ਇਸ ਆਦਤ ਲਈ ਸੱਸ ਕੋਲੋਂ ਝਿੜਕਾਂ ਵੀ ਖਾਂਦੀ ਹੈ। ਉਹ ਸੱਸ ਨਾਲ ਮਖੌਲ ਵੀ ਕਰਦੀ ਰਹਿੰਦੀ ਹੈ। ਉਹ ਆਪਣੀ ਸੱਸ ਨਾਲ ਨਿਹਾਲ ਕੌਰ ਨੂੰ ਜਾਣ ਬੁੱਝ ਕੇ ਹਾਸੇ ਠੱਠੇ ਲਈ ਪਰੇਸ਼ਾਨ ਵੀ ਕਰਦੀ ਹੈ। ਕਦੇ ਤਾਂ ਉਹ ਆਪਣੇ ਪਿਤਾ ਨੂੰ ਥਾਣੇਦਾਰ ਦੀ ਅਰਜ਼ੀ ਦੇਣ ਦਾ ਜ਼ਿਕਰ ਕਰਦੀ ਹੈ, ਕਦੇ ਕਾਂ ਦੇ ਬੋਲਣ 'ਤੇ ਆਪਣੇ ਵੀਰ ਦੇ ਆਉਣ ਦੀ ਗੱਲ ਕਹਿ ਕੇ ਨਿਹਾਲ ਕੌਰ ਨੂੰ ਪਰੇਸ਼ਾਨ ਕਰਦੀ ਹੈ। ਨਿਹਾਲ ਕੌਰ ਨੂੰ ਵੀ ਮੰਨਣਾ ਪੈਂਦਾ ਹੈ ਕਿ ਮਖੌਲ ਕਰਨਾ ਬਥੇਰੇ ਜਾਣਦੀ ਹੈ। ਦੂਜੇ ਵਿਆਹ ਦਾ ਡਰਾਵਾ ਦੇਣ ਵੇਲੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ, ਤੁਸੀਂ ਕਰੋ ਸਹੀ ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ 'ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ, ਮਰਨ ਵਕਤ ਧਾਰ ਲਓ ਗਾਂਧੀ ਵਾਂਗੂ। ਪਤੀ ਦਾ ਕਹਿਣਾ ਮੰਨਣ ਵਾਲੀ ਮਨਜੀਤ ਕੌਰ ਆਪਣੇ ਪਤੀ ਸੁਖਦੇਵ ਦਾ ਕਹਿਣਾ ਮੰਨਣ ਵਾਲੀ ਅਤੇ ਖਿਆਲ ਰੱਖਣ ਵਾਲੀ ਪਤਨੀ ਹੈ। ਉਹ ਸੁਖਦੇਵ ਦੇ ਨਹਾਉਣ ਲਈ ਪਾਣੀ ਭਰ ਕੇ ਰੱਖਦੀ ਹੈ, ਉਸ ਲਈ ਖਾਣਾ ਬਣਾ ਕੇ ਰੱਖਦੀ ਹੈ ਅਤੇ ਆਦਰ ਸਤਿਕਾਰ ਨਾਲ ਖਾਣਾ ਵੀ ਪਰੋਸਦੀ ਹੈ। ਆਪਣੀ ਨਨਾਣ ਪ੍ਰਤੀ ਫਿਕਰਮੰਦ, ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਨਨਾਣ ਦਾ ਪਤੀ ਸ਼ਰਾਬ ਪੀ ਕੇ ਉਸਨੂੰ ਮਾਰਨ ਨੂੰ ਪੈਂਦਾ ਹੈ ਅਤੇ ਦੂਜੇ ਵਿਆਹ ਦੀਆਂ ਧਮਕੀਆਂ ਦਿੰਦਾ ਹੈ, ਤਾਂ ਉਹ ਇਸਤਰੀ ਸਭਾ ਦੀ ਸਹਾਇਤਾ ਨਾਲ ਉਸਨੂੰ ਨਿਆਂ ਦਿਲਾਉਣ ਦੀ ਗੱਲ ਕਰਦੀ ਹੈ। ਇਸ ਤੋਂ ਬਾਅਦ ਅਸੀਂ ਕਰਾਂਗੇ ਸੁਖਦੇਵ, ਜੋ ਕਿ ਮਨਜੀਤ ਦਾ ਘਰਵਾਲਾ ਅਤੇ ਨਿਹਾਲ ਕੌਰ ਦਾ ਪੁੱਤਰ ਹੈ। ਉਸਦੇ ਪਾਤਰ ਦਾ ਚਿੱਤਰਨ ਕਰਾਂਗੇ। ਸੁਖਦੇਵ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦੂਜਾ ਵਿਆਹ ਦਾ ਇੱਕ ਪ੍ਰਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਬੇਟਾ ਹੈ ਅਤੇ ਸੁਖਦੇਵ ਕੌਰ ਦਾ ਭਰਾ। ਮਨਜੀਤ ਕੌਰ ਉਸ ਦੀ ਪਤਨੀ ਹੈ। ਸੁਖਦੇਵ ਸਿੰਘ ਇੱਕ ਫੌਜੀ ਹੈ। ਨਵੀਂ ਪੀੜ੍ਹੀ ਦਾ ਨੌਜਵਾਨ। ਸੁਖਦੇਵ ਸਿੰਘ ਅਗਾਂਹਵਾਧੂ ਖਿਆਲਾਂ ਵਾਲਾ ਨੌਜਵਾਨ ਹੈ। ਉਸ ਨਹੀਂ ਚਾਹੁੰਦਾ ਕਿ ਉਸਦੀ ਪਤਨੀ ਉਸਨੂੰ ਸਰਦਾਰ ਜੀ ਕਹੇ, ਸਗੋਂ ਉਸ ਨੂੰ ਆਪਣਾ ਨਾਂ ਲੈ ਕੇ ਬੁਲਾਉਣ ਲਈ ਆਖਦਾ ਹੈ। ਉਹ ਆਪਣੀ ਮਾਂ ਦੇ ਸੁਭਾਅ ਤੋਂ ਪੂਰੀ ਤਰ੍ਹਾਂ ਜਾਣੂ ਹੈ। ਉਹ ਜਾਣਦਾ ਹੈ ਕਿ ਉਹ ਉਸਦੀ ਹਰ ਗੱਲ ਨੂੰ ਹਾਸੇ ਵਿੱਚ ਪਾ ਛੱਡਦਾ ਹੈ। ਜਦੋਂ ਉਸਦੀ ਮਾਂ ਉਸਦੇ ਦੂਜੇ ਵਿਆਹ ਦੀ ਗੱਲ ਕਰਦੀ ਹੈ ਤਾਂ ਉਹ ਕਹਿੰਦਾ ਹੈ ਕਿ ਚੰਗਾ ਹੋਵੇਗਾ ਕਿ ਮਨਜੀਤ ਉਸ ਕੋਲ ਛਾਉਣੀ ਵਿੱਚ ਰਿਹਾ ਕਰੂ ਅਤੇ ਦੂਸਰੀ ਪਤਨੀ ਉਸਦੇ ਕੋਲ। ਹਾਲਾਂਕਿ ਉਹ ਆਪਣੀ ਮਾਂ ਦੇ ਦਿਲ ਇਸ ਦਰਦ ਨੂੰ ਵੀ ਸਮਝਦਾ ਹੈ ਕਿ ਉਸਦੀ ਮਾਂ ਨੂੰ ਜਾਪਦਾ ਹੈ ਕਿ ਇਸਤਰੀ 'ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੈ, ਕਿਉਂਕਿ ਉਸਨੂੰ ਉਸਦੇ ਪਤੀ ਗੁਰਦਿੱਤ ਸਿੰਘ ਕੋਲੋਂ ਇਹ ਧਮਕੀ ਮਿਲਦੀ ਰਹੀ ਸੀ। ਉਹ ਆਪਣੇ ਕੰਮ ਆਪ ਕਰਨ ਵਾਲਾ ਮੁੰਡਾ ਹੈ। ਉਹ ਆਪਣੇ ਕੰਮ ਆਪ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਜਦੋਂ ਮਨਜੀਤ ਉਸਦੇ ਨਹਾਉਣ ਦਾ ਪ੍ਰਬੰਧ ਕਰਦੀ ਹੈ ਤਾਂ ਉਸਨੂੰ ਕਹਿੰਦਾ ਹੈ ਕਿ ਉਹ ਆਪਣਾ ਰਸੋਈ ਦਾ ਕੰਮ ਕਰੇ, ਉਹ ਆਪਣੇ ਆਪ ਹੀ ਨਹਾ ਲਏਗਾ। ਆਪਣੀ ਭੈਣ ਨੂੰ ਬਹੁਤ ਜ਼ਿਆਦਾ ਉਹ ਪਿਆਰ ਕਰਦਾ ਹੈ, ਉਸ ਲਈ ਉਹ ਬਹੁਤ ਜ਼ਿਆਦਾ ਫਿਕਰਮੰਦ ਰਹਿੰਦਾ ਹੈ। ਜਦੋਂ ਉਹ ਆਪਣੀ ਭੈਣ ਦੀ ਚਿੱਠੀ ਪੜ੍ਹਦਾ ਹੈ ਅਤੇ ਆਪਣੇ ਜੀਜੇ ਦੇ ਦੂਜੇ ਵਿਆਹ ਦੀ ਧਮਕੀ ਬਾਰੇ ਜਾਣਦਾ ਹੈ ਤਾਂ ਉਹ ਗੁੱਸੇ ਨਾਲ ਕਹਿੰਦਾ ਹੈ, ਮਖੌਲ ਹੀ ਹੈ ਦੂਜਾ ਵਿਆਹ, ਅਸੀਂ ਮਰ ਗਏ ਹਾਂ, ਮੁਜਾਰਿਆਂ ਨਾਲੋਂ ਵੀ ਮਾੜੇ ਹਾਂ ਅਸੀਂ। ਮਾਤਾ ਪਿਤਾ ਦਾ ਸਤਿਕਾਰ ਕਰਦਾ ਹੈ। ਉਹ ਉਸ ਨੂੰ ਆਪਣੇ ਮਾਤਾ ਪਿਤਾ ਨੂੰ ਪਿਆਰ ਵੀ ਕਰਦਾ ਹੈ ਅਤੇ ਉਹਨਾਂ ਦਾ ਉਹ ਸਤਿਕਾਰ ਵੀ ਬਹੁਤ ਜ਼ਿਆਦਾ ਕਰਦਾ ਹੈ। ਹੁਣ ਅਸੀਂ ਛੋਟੇ ਉਤਰਾਂ ਵਾਲੇ ਪ੍ਰਸ਼ਨ ਕਰਾਂਗੇ, ਜਿਹੜੇ ਕਿ ਇਸ ਨਾਟਕ ਦੇ ਆਧਾਰਿਤ ਹਨ। ਕਿ ਦੂਜਾ ਵਿਆਹ ਇਕਾਂਗੀ ਦੇ ਇਸ ਲੇਖ ਨੂੰ ਢੁਕਵਾਂ ਅਤੇ ਸਫਲ ਕਿਹਾ ਜਾ ਸਕਦਾ ਹੈ? ਇਸ ਦਾ ਉੱਤਰ ਆਵੇਗਾ, ਦੂਜਾ ਵਿਆਹ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵੀ ਪ੍ਰਗਟਾਇਆ ਗਿਆ ਹੈ। ਸਾਰੇ ਇਕਾਂਗੀ ਵਿੱਚ ਵਾਰ-ਵਾਰ ਦੂਜੇ ਵਿਆਹ ਦਾ ਜ਼ਿਕਰ ਹੁੰਦਾ ਹੈ। ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੱਤਾ ਜਾਂਦਾ ਹੈ। ਸੁਖਦੇਵ ਮਜ਼ਾਕ ਵਿੱਚ ਦੂਜੇ ਵਿਆਹ ਦੀਆਂ ਗੱਲਾਂ ਕਰਦਾ ਹੈ। ਸੁਖਦੇਵ ਦਾ ਬਾਪੂ ਵੀ ਸੁਖਦੇਵ ਦੀ ਮਾਂ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਦਿੰਦਾ ਰਿਹਾ ਹੈ। ਉਹ ਤਾਂ ਦੂਜਾ ਵਿਆਹ ਕਰਵਾ ਵੀ ਲੈਂਦਾ ਹੈ। ਸੁਖਦੇਵ ਦੀ ਭੈਣ ਦੀ ਚਿੱਠੀ ਵਿੱਚ ਵੀ ਬਲਵੰਤ ਸਿੰਘ ਨੇ ਦੂਜੇ ਵਿਆਹ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਸਿਰਲੇਖ ਜਿਹੜਾ ਹੈ ਢੁਕਵਾਂ ਅਤੇ ਸਫਲ ਕਿਹਾ ਜਾ ਸਕਦਾ ਹੈ। ਦੂਸਰਾ ਪ੍ਰਸ਼ਨ, ਮਨਜੀਤ ਨੇ ਕਦੋਂ ਤੇ ਆਪਣੇ ਪਤੀ ਦਾ ਨਾਂ ਲੈਣਾ ਸ਼ੁਰੂ ਕੀਤਾ ਸੀ? ਜਦੋਂ ਮਨਜੀਤ ਨਿਹਾਲ ਕੌਰ ਦੇ ਸਾਹਮਣੇ ਆਪਣੇ ਪਤੀ ਸੁਖਦੇਵ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਉਸਨੂੰ ਪੁੱਛਦੀ ਹੈ ਕਿ ਉਸਨੇ ਉਸਦੇ ਮੁੰਡੇ ਦਾ ਨਾਂ ਕਦ ਤੋਂ ਲੈਣਾ ਸ਼ੁਰੂ ਕੀਤਾ ਹੈ। ਮਨਜੀਤ ਉਸਨੂੰ ਦੱਸਦੀ ਹੈ ਕਿ ਪਿਛਲੀ ਵਾਰ ਜਦ ਉਹ ਛਾਉਣੀ ਰਹੇ ਤਾਂ ਸੁਖਦੇਵ ਨੇ ਆਪ ਹੀ ਨਾਂ ਲਾ ਲਿਆ। ਮਨਜੀਤ ਨਿਹਾਲ ਕੌਰ ਨੂੰ ਕਹਿੰਦੀ ਹੈ ਕਿ ਉਸਨੇ ਉਹਨਾਂ ਸਾਹਮਣੇ ਆਪਣੇ ਪਤੀ ਦਾ ਨਾਂ ਨਹੀਂ ਸੀ ਲੈਣਾ, ਪਰ ਇਹ ਮੂੰਹ 'ਤੇ ਚੜ੍ਹਿਆ ਹੋਣ ਕਰਕੇ ਉਸਨੇ ਉਸਦਾ ਨਾਂ ਲਿਆ। ਇਸ ਦਾ ਤੀਜਾ ਪ੍ਰਸ਼ਨ ਹੈ, ਸੁਖਦੇਵ ਦਾ ਬਾਪੂ ਦੂਜਾ ਵਿਆਹ ਕਿਉਂ ਕਰਵਾਉਂਦਾ ਹੈ? ਇਸ ਦਾ ਉੱਤਰ ਆਵੇਗਾ, ਜਦ ਸੁਖਦੇਵ ਦਾ ਬਾਪੂ ਫੌਜ ਵਿੱਚ ਸਿਪਾਹੀ ਭਰਤੀ ਹੋਇਆ ਸੀ ਤਾਂ ਉਸਦਾ ਵਿਆਹ ਹੋਇਆ ਸੀ। ਸੂਬੇਦਾਰ ਬਣਨ ਤੱਕ ਉਸਦੇ ਘਰ ਇੱਕ ਕੁੜੀ ਅਤੇ ਇੱਕ ਮੁੰਡਾ ਹੀ ਪੈਦਾ ਹੋਏ ਸਨ, ਯਾਨੀ ਕਿ ਸੁਖਦੇਵ ਅਤੇ ਉਸਦੀ ਭੈਣ। ਫੌਜੀ ਨੁਕਤੇ ਤੋਂ ਗੁਰਦਿੱਤ ਸਿੰਘ ਨੇ ਇੰਨੀ ਸੰਤਾਨ ਸ਼ਾਇਦ ਕਾਫੀ ਨਾ ਸਮਝੀ ਅਤੇ ਦੂਜਾ ਵਿਆਹ ਕਰਵਾ ਲਿਆ। ਅਗਲਾ ਪ੍ਰਸ਼ਨ, ਮਨਜੀਤ ਸੁਖਦੇਵ ਨੂੰ ਇਸਤਰੀ ਸਭਾ ਬਾਰੇ ਕੀ ਜਾਣਕਾਰੀ ਦਿੰਦੀ ਹੈ? ਉਸਨੂੰ ਇਹ ਦੱਸਦੀ ਹੈ, ਮਨਜੀਤ ਸੁਖਦੇਵ ਨੂੰ ਇਹ ਦੱਸਦੀ ਹੈ ਕਿ ਉਹਨਾਂ ਨੇ ਲੋਕ ਇਸਤਰੀ ਸਭਾ ਬਣਾਈ ਹੈ, ਜਿਸ ਦੀਆਂ ਜ਼ਿਲ੍ਹੇ ਅਤੇ ਪਿੰਡ ਵਿੱਚ ਸ਼ਾਖਾਵਾਂ ਬਣ ਰਹੀਆਂ ਹਨ। ਸ਼ਾਖਾਵਾਂ ਮਤਲਬ ਬ੍ਰਾਂਚਿਸ। ਉਹ ਦੱਸਦੀ ਹੈ ਕਿ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ।
ਉਹ ਜਾਣਦੀ ਹੈ ਕਿ ਭੈਣ ਜੀ ਦੇ ਪਿੰਡ ਕੋਲ ਵੀ ਇਸਤਰੀ ਸਭਾ ਦੀ ਸ਼ਾਖਾ ਹੈ। ਉਹ ਕਹਿੰਦੀ ਹੈ ਕਿ ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ 'ਤੇ ਲੈ ਆਵੇਗੀ। ਇਸ ਦਾ ਅਗਲਾ ਪ੍ਰਸ਼ਨ ਹੈ, ਜਦ ਨਿਹਾਲ ਕੌਰ ਨੂੰ ਬਲਵੰਤ ਸਿੰਘ ਦੇ ਦੂਜੇ ਵਿਆਹ ਕਰਵਾ ਲੈਣ ਬਾਰੇ ਦੱਸਿਆ ਜਾਂਦਾ ਹੈ ਤਾਂ ਮਨਜੀਤ ਉਸ ਨੂੰ ਕਿਵੇਂ ਹੌਸਲਾ ਦਿੰਦੀ ਹੈ। ਇਸ ਨੂੰ ਮਤਲਬ ਨਿਹਾਲ ਕੌਰ ਆਪਣੀ ਸੱਸ ਨੂੰ ਉਹ ਕਿਵੇਂ ਹੌਸਲਾ ਦਿੰਦੀ ਹੈ। ਉਹ ਕਹਿੰਦੀ ਹੈ ਕਿ ਉਹ ਰੋਵੇ ਨਾ, ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਇਸਤਰੀ ਹੁਣ ਇੰਨੀ ਬੇਵਸ ਨਹੀਂ। ਉਹ ਕਹਿੰਦੀ ਹੈ ਕਿ ਬੀਬੀ ਸੁਖਦੇਵ ਕੌਰ ਦੇ ਦੁੱਖ ਦਾ ਇਲਾਜ ਉਹਨਾਂ ਦੀ ਇਸਤਰੀ ਸਭਾ ਹੀ ਕਰ ਲਵੇਗੀ। ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ 'ਤੇ ਲੈ ਆਵੇਗੀ ਅਤੇ ਉਹ ਦੂਜਾ ਵਿਆਹ ਨਹੀਂ ਕਰਵਾਏਗਾ। ਇਸ ਤੋਂ ਬਾਅਦ ਹੈ ਵੱਡੇ ਉਤਰਾਂ ਵਾਲੇ ਪ੍ਰਸ਼ਨ। ਇਸ ਦਾ ਪਹਿਲਾ ਪ੍ਰਸ਼ਨ ਹੈ, ਵੱਡਾ ਪ੍ਰਸ਼ਨ ਇਹ ਹੈ, ਮਨਜੀਤ ਵੱਲੋਂ ਆਪਣੇ ਪਤੀ ਸੁਖਦੇਵ ਸਿੰਘ ਦਾ ਨਾਂ ਲੈਣ ਸੰਬੰਧੀ ਨਿਹਾਲ ਕੌਰ ਅਤੇ ਸੁਖਦੇਵ ਦੇ ਵਿਚਾਰਾਂ ਬਾਰੇ ਜਾਣਕਾਰੀ ਦਿਓ। ਇਸ ਦਾ ਉੱਤਰ ਆਵੇਗਾ, ਨਿਹਾਲ ਕੌਰ ਚਾਹੁੰਦੀ ਹੈ ਕਿ ਮਨਜੀਤ ਆਪਣੇ ਪਤੀ ਦਾ ਨਾਂ ਨਾ ਲਵੇ, ਪਰ ਇਸ ਸੰਬੰਧੀ ਸੁਖਦੇਵ ਦੇ ਵਿਚਾਰ ਅਲੱਗ ਹਨ। ਉਹ ਕਹਿੰਦਾ ਹੈ ਕਿ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ। ਉਹ ਕਹਿੰਦਾ ਹੈ ਕਿ ਤੀਵੀ ਆਪਣੇ ਘਰ ਵਾਲੇ ਨੂੰ, ਤੀਵੀ ਮਤਲਬ ਵਹੁਟੀ, ਆਪਣੇ ਘਰ ਵਾਲੇ ਨੂੰ ਸਰਦਾਰ ਜੀ ਕਹਿੰਦੀ ਚੰਗੀ ਨਹੀਂ ਲੱਗਦੀ। ਜੇਕਰ ਉਹ ਅਜਿਹਾ ਕਹੇ ਤਾਂ ਫਿਰ ਉਸ ਦੇ ਘਰ ਵਾਲੇ ਨੂੰ ਉਸ ਨੂੰ ਸਰਦਾਰਨੀ ਜੀ ਕਹਿਣਾ ਪਵੇਗਾ। ਸੁਖਦੇਵ ਆਪਣੇ ਮਿੱਤਰ ਸੋਹਣ ਸਿੰਘ ਦਾ ਹਵਾਲਾ ਦਿੰਦਾ ਦੱਸਦਾ ਹੈ ਕਿ ਉਹ ਆਪਣੀ ਪਤਨੀ ਨੂੰ ਸਰਦਾਰਨੀ ਕਹਿੰਦਾ ਹੈ ਤਾਂ ਉਹਨਾਂ ਨੂੰ ਹਾਸਾ ਆਉਂਦਾ ਹੈ। ਨਿਹਾਲ ਕੌਰ ਕਹਿੰਦੀ ਹੈ ਕਿ ਜੇਕਰ ਅਜਿਹਾ ਹੀ ਹੈ ਤਾਂ ਫਿਰ ਉਹ ਵੀ ਆਪਣੇ ਪਤੀ ਦਾ ਨਾਂ ਲੈ ਲਿਆ ਕਰੇਗੀ। ਜਦ ਮਨਜੀਤ ਮੁੜ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਗੁੱਸੇ ਵਿੱਚ ਮਨਜੀਤ ਨੂੰ ਮੂੰਹ ਸੰਭਾਲ ਕੇ ਬੋਲਣ ਲਈ ਕਹਿੰਦੀ ਹੈ ਅਤੇ ਆਖਦੀ ਹੈ ਕਿ ਉਸ ਨੇ ਮਨਜੀਤ ਨੂੰ ਸੁਖਦੇਵ ਦਾ ਨਾਂ ਨਹੀਂ ਲੈਣ ਦੇਣਾ। ਪਰ ਦੂਜੇ ਪਾਸੇ ਸੁਖਦੇਵ ਵੀ ਸਰਦਾਰ ਜੀ ਅਖਵਾਉਣ ਦੇ ਹੱਕ ਵਿੱਚ ਨਹੀਂ। ਮਨਜੀਤ ਮਜ਼ਾਕ ਵਿੱਚ ਕਹਿੰਦੀ ਹੈ ਕਿ ਫਿਰ ਉਹ ਮਾਂ ਜੀ ਦੇ ਪੁੱਤ ਕਹਿ ਲਿਆ ਕਰੇਗੀ। ਸੁਖਦੇਵ ਮਾਂ ਨੂੰ ਸਮਝਾਉਂਦਾ ਹੈ ਕਿ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ। ਇਸ ਦਾ ਦੂਜਾ ਪ੍ਰਸ਼ਨ ਦੇਖੋ, ਸੁਖਦੇਵ ਦੇ ਦੂਜੇ ਵਿਆਹ ਸੰਬੰਧੀ ਨਿਹਾਲ ਕੌਰ ਅਤੇ ਸੁਖਦੇਵ ਵਿੱਚ ਜੋ ਵਿਚਾਰ ਵਟਾਂਦਰਾ ਹੁੰਦਾ ਹੈ ਉਸ ਬਾਰੇ ਜਾਣਕਾਰੀ ਦਿਓ। ਇਸ ਦਾ ਉੱਤਰ ਆਵੇਗਾ, ਨਿਹਾਲ ਕੌਰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਹੈ। ਮਨਜੀਤ ਦੇ ਵਿਆਹ ਨੂੰ 2.5 ਸਾਲ ਹੋ ਚੁੱਕੇ ਹਨ ਪਰ ਉਸ ਦੇ ਕੋਈ ਬੱਚਾ ਨਹੀਂ ਹੋਇਆ। ਗੱਲਾਂ ਵਿੱਚ ਨਿਹਾਲ ਕੌਰ ਕਹਿੰਦੀ ਹੈ ਕਿ ਮਨਜੀਤ ਦੇ ਲੱਛਣਾਂ ਕਾਰਨ ਸੁਖਦੇਵ ਦੇ ਦੂਜੇ ਵਿਆਹ ਦਾ ਪ੍ਰਬੰਧ ਕਰਨਾ ਪਵੇਗਾ। ਸੁਖਦੇਵ ਮਜ਼ਾਕ ਨਾਲ ਕਹਿੰਦਾ ਹੈ ਕਿ ਮਨਜੀਤ ਉਸ ਕੋਲ ਛਾਉਣੀ ਰਿਹਾ ਕਰੇਗੀ ਅਤੇ ਦੂਜੀ ਨੂੰ ਮਾਂ ਨਿਹਾਲ ਕੌਰ ਦੀ ਸੇਵਾ ਕਰਿਆ ਕਰੇਗੀ। ਤੀਜਾ ਪ੍ਰਸ਼ਨ, ਨਿਹਾਲ ਕੌਰ ਮਨਜੀਤ ਨੂੰ ਸੁਖਦੇਵ ਦੇ ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰਦੀ ਹੈ? ਇਸ ਦੇ ਕਾਰਨਾਂ ਬਾਰੇ ਜਾਣਕਾਰੀ ਦਿਓ। ਨਿਹਾਲ ਕੌਰ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਹੈ। ਮਨਜੀਤ ਦੇ ਵਿਆਹ ਨੂੰ 2.5 ਸਾਲ ਹੋ ਚੁੱਕੇ ਹਨ ਪਰ ਉਸ ਦੇ ਕੋਈ ਬੱਚਾ ਨਹੀਂ। ਨਿਹਾਲ ਕੌਰ ਸਮੇਂ-ਸਮੇਂ 'ਤੇ ਮਨਜੀਤ ਦੇ ਕੰਮਾਂ ਵਿੱਚ ਨੁਕਸ ਕੱਢਦੀ ਹੈ ਅਤੇ ਸੁਖਦੇਵ ਦੇ ਦੂਜੇ ਵਿਆਹ ਦਾ ਡਰ ਦਿੰਦੀ ਰਹਿੰਦੀ ਹੈ। ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕਿ ਇਸ ਵਿੱਚ ਵਿਚਾਰੀ ਮਾਂ ਦਾ ਕੋਈ ਕਸੂਰ ਨਹੀਂ। ਉਸ ਨੂੰ ਸਾਰੀ ਉਮਰ ਬਾਪੂ ਵੱਲੋਂ ਦੂਜਾ ਵਿਆਹ ਕਰਵਾ ਲੈਣ ਲਈ ਧਮਕੀਆਂ ਮਿਲਦੀਆਂ ਰਹੀਆਂ। ਅੰਤ ਗੁਰਦਿੱਤ ਸਿੰਘ ਨੇ ਦੂਜਾ ਵਿਆਹ ਕਰਵਾ ਹੀ ਲਿਆ। ਨਿਹਾਲ ਕੌਰ ਸਮਝਦੀ ਹੈ ਕਿ ਇਸਤਰੀ 'ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਜ਼ਰੂਰੀ ਹੈ। ਸੁਖਦੇਵ ਦੱਸਦਾ ਹੈ ਕਿ ਮਾਂ ਨੂੰ ਪੋਤਾ ਪੋਤੀ ਨਾ ਹੋਣ ਦਾ ਵੀ ਮਨਜੀਤ 'ਤੇ ਰੋਸ ਹੈ, ਯਾਨੀ ਕਿ ਰੋਸ ਮਤਲਬ ਉਸ ਤੋਂ ਨਾਰਾਜ਼ ਹੈ। ਨਿਹਾਲ ਕੌਰ ਨੇ ਮਨਜੀਤ ਨੂੰ ਦੂਜੇ ਵਿਆਹ ਸੰਬੰਧੀ ਜਿਹੜੇ ਬੋਲ ਕਬੋਲ ਕਹੇ ਸਨ ਉਸ ਲਈ ਉਹ ਮਾफ़ੀ ਕਿਉਂ ਮੰਗਦੀ ਹੈ? ਇਸ ਦਾ ਉੱਤਰ ਆਵੇਗਾ, ਜਦ ਨਿਹਾਲ ਕੌਰ ਨੂੰ ਦੱਸਿਆ ਜਾਂਦਾ ਹੈ ਕਿ ਉਸ ਦਾ ਜਵਾਈ ਬਲਵੰਤ ਸਿੰਘ ਵੀ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੁੰਦੀ ਹੈ। ਇਸ ਲਈ ਉਹ ਮਨਜੀਤ ਨੂੰ ਕਹਿੰਦੀ ਹੈ ਕਿ ਉਸਨੇ ਉਸ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਹਨ ਉਸ ਲਈ ਉਸਨੂੰ ਮਾफ़ ਕਰ ਦਿੱਤਾ ਜਾਵੇ। ਨਿਹਾਲ ਕੌਰ ਕਹਿੰਦੀ ਹੈ ਕਿ ਉਹ ਤਾਂ ਪਹਿਲਾਂ ਹੀ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ। ਉਹ ਕਹਿੰਦੀ ਹੈ ਕਿ ਉਸਦੀ ਧੀ ਤੇ ਦੂਜੇ ਵਿਆਹ ਦੀ ਹੋਣੀ ਪਤਾ ਨਹੀਂ ਕਿਹੜੇ ਪਾਪ ਦਾ ਫਲ ਬਣ ਕੇ ਬੀਤੀ ਹੈ। ਉਹ ਮਨਜੀਤ ਨੂੰ ਕਹੇ ਬੋਲ ਕਬੋਲਾਂ ਲਈ ਵਾਹਿਗੁਰੂ ਤੇ ਮਨਜੀਤ ਤੋਂ ਮੁਆਫ਼ੀ ਮੰਗਦੀ ਹੈ। ਅਗਲਾ ਪ੍ਰਸ਼ਨ, ਦੂਜਾ ਵਿਆਹ ਇਕਾਂਗੀ ਦੇ ਵਿਸ਼ੇ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ, ਯਾਨੀ ਕਿ ਇਸ ਇਕਾਂਗੀ ਦੇ ਵਿੱਚ ਜਿਹੜੀ ਸਮੱਸਿਆਵਾਂ ਆਈਆਂ ਹਨ ਉਸ ਬਾਰੇ ਲਿਖੋ। ਇਸ ਦਾ ਉੱਤਰ ਆਵੇਗਾ, ਸੰਤ ਸਿੰਘ ਦੇ ਇਕਾਂਗੀ ਦੂਜਾ ਵਿਆਹ ਦਾ ਵਿਸ਼ਾ ਨੂੰਹ ਸੱਸ ਦੇ ਸਮਾਜਿਕ ਰਿਸ਼ਤੇ ਵਿਚਲੇ ਝਗੜੇ ਅਤੇ ਇਸ ਰਿਸ਼ਤੇ ਦੀਆਂ ਉਲਝਣਾਂ ਨੂੰ ਪ੍ਰਗਟਾਉਣ ਨਾਲ ਸੰਬੰਧਿਤ ਹੈ। ਇਕਾਂਗੀਕਾਰ ਨੇ ਇਸ ਰਿਸ਼ਤੇ ਦੀਆਂ ਉਲਝਣਾਂ ਦਾ ਹੱਲ ਵੀ ਸੁਝਾਇਆ ਹੈ। ਉਹ ਭਾਵੇਂ ਸੱਸ ਯਾਨੀ ਕਿ ਨਿਹਾਲ ਕੌਰ ਨੂੰ ਕਸੂਰਵਾਰ ਸਮਝਦਾ ਹੈ ਪਰ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜੇਕਰ ਨੂੰਹ ਸਿਆਣਪ ਤੋਂ ਕੰਮ ਲਵੇ ਯਾਨੀ ਕਿ ਆਪਣੀ ਅਕਲ ਨਾਲ ਕੰਮ ਲਵੇ ਤਾਂ ਉਹ ਸੱਸ ਦੀਆਂ ਵਧੀਕੀਆਂ 'ਤੇ ਕਾਬੂ ਪਾ ਸਕਦੀ ਹੈ ਅਤੇ ਘਰ ਦਾ ਮਾਹੌਲ ਵੀ ਸੁਖਾਵਾਂ ਹੋ ਸਕਦਾ ਹੈ। ਮਨਜੀਤ ਇਸੇ ਤਰ੍ਹਾਂ ਹੀ ਭੂਮਿਕਾ ਨਿਭਾਉਂਦੀ ਹੈ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਪ੍ਰਗਟਾਇਆ ਗਿਆ ਹੈ। ਇਸ ਸਮੱਸਿਆ ਨੂੰ ਪੇਸ਼ ਕਰਕੇ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ।
ਅੰਤ ਨਿਹਾਲ ਕੌਰ ਨੂੰ ਆਪਣੀ ਗਲਤੀ ਮੰਨਣੀ ਪੈਂਦੀ ਹੈ। ਬੱਚਿਓ, ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।